Hello students, how are you? Today we are going to start next fifth lesson on giving advice. Author is Joseph Edison. Let's start from summary. We are generally unwilling to receive advice from others. ਅਸੀਂ ਆਮ ਤੌਰ ਤੇ ਦੂਸਰਿਆਂ ਤੋਂ ਨਸੀਹਤ ਲੈਣ ਦੇ ਲਈ ਰਾਜੀ ਨਹੀਂ ਹੁੰਦੇ। ਅਸੀਂ ਦੂਸਰਿਆਂ ਤੋਂ ਸਲਾਹ ਜਾਂ ਨਸੀਹਤ ਲੈਣ ਦੀ ਇੱਛਾ ਨਹੀਂ ਰੱਖਦੇ। We think that the man who is giving us advice is insulting our understanding and treating us like children or idiots। ਅਸੀਂ ਸੋਚਦੇ ਹਾਂ ਕਿ ਉਹ ਵਿਅਕਤੀ ਜੋ ਸਾਨੂੰ ਨਸੀਹਤ ਦੇ ਰਿਹਾ ਹੈ ਉਹ ਸਾਡੀ ਸਮਝ ਦੀ ਇਨਸਲਟ ਕਰ ਰਿਹਾ ਹੈ ਔਰ ਸਾਡੇ ਨਾਲ ਕਿਸ ਤਰ੍ਹਾਂ ਦਾ ਸਲੂਕ ਕਰ ਰਿਹਾ ਹੈ, ਜਿਵੇਂ ਕਿ ਅਸੀਂ ਬੱਚੇ ਹੋਈਏ ਜਾਂ ਅਸੀਂ ਮੂਰਖ ਹੋਈਏ। We consider the advice that we are given for our welfare is actually a piece of rudeness। ਅਸੀਂ ਸਮਝਦੇ ਹਾਂ, ਅਸੀਂ ਵਿਚਾਰ ਕਰਦੇ ਹਾਂ ਕਿ ਉਹ ਸਲਾਹ ਜੋ ਸਾਡੀ ਭਲਾਈ ਦੇ ਲਈ, ਜੋ ਸਾਡੀ ਵੈਲਫੇਅਰ ਦੇ ਲਈ ਜੋ ਸਾਨੂੰ ਸਲਾਹ ਦਿੱਤੀ ਜਾਂਦੀ ਹੈ ਉਹ ਅਸਲ ਦੇ ਵਿੱਚ ਇੱਕ ਗੁਸਤਾਖੀ ਹੈ। The person who advises us thinks that he is superior to us। ਉਹ ਵਿਅਕਤੀ ਜੋ ਸਾਨੂੰ ਸਲਾਹ ਦਿੰਦਾ ਹੈ ਉਹ ਸੋਚਦਾ ਹੈ ਕਿ ਉਹ ਸਾਡੇ ਨਾਲੋਂ ਜ਼ਿਆਦਾ ਅਕਲਮੰਦ ਹੈ। The advice giver thinks that the receiver of advice is defective either in conduct or understanding। ਜੋ ਐਡਵਾਈਸ ਗਿਵਰ ਹੈ, ਜੋ ਸਲਾਹ ਦੇਣ ਵਾਲਾ ਹੈ, ਉਹ ਸੋਚਦਾ ਹੈ ਕਿ ਸਲਾਹ ਲੈਣ ਵਾਲੇ ਦੇ ਕੰਡਕਟ ਆਚਰਣ ਵਿੱਚ ਜਾਂ ਉਸ ਦੀ ਸਮਝ ਦੇ ਵਿੱਚ ਕਿਤੇ ਨਾ ਕਿਤੇ ਕੋਈ ਡਿਫੈਕਟਿਵ ਹੈ, ਕਿਤੇ ਨਾ ਕਿਤੇ ਕੋਈ ਦੋਸ਼ ਹੈ ਉਸ ਦੀ ਸਮਝ ਦੇ ਵਿੱਚ ਔਰ ਉਸ ਦੇ ਵਿਵਹਾਰ ਦੇ ਵਿੱਚ। ਇਹ ਕੌਣ ਸਮਝਦਾ ਹੈ? ਸਲਾਹ ਦੇਣ ਵਾਲਾ ਸਮਝਦਾ ਹੈ। There is nothing so difficult as making the giving of advice pleasant। ਨਸੀਹਤ ਦੇਣ ਨੂੰ, ਗਿਵਿੰਗ ਆਫ ਐਡਵਾਈਸ ਨੂੰ ਪਲੈਜ਼ੈਂਟ, ਸੁਖਦ ਬਣਾਉਣ ਦਾ ਕੰਮ ਕੋਈ ਜ਼ਿਆਦਾ ਮੁਸ਼ਕਲ ਨਹੀਂ ਹੁੰਦਾ। All the writers of the olden days and the modern times try their level best to make their advice agreeable। ਪੁਰਾਣੇ ਸਮੇਂ ਦੇ ਔਰ ਵਰਤਮਾਨ ਸਮੇਂ ਦੇ ਜੋ ਲੇਖਕ ਹਨ ਉਹ ਆਪਣੀ ਨਸੀਹਤ ਨੂੰ ਐਗਰੀਬਲ, ਨਸੀਹਤ ਨੂੰ ਸੁਖਦ ਬਣਾਉਣ ਦੀ ਕੋਸ਼ਿਸ਼ ਕਰਦੇ ਹਨ। Many writers use several ways to make their advice pleasant। ਬਹੁਤ ਸਾਰੇ ਰਾਈਟਰ ਕਈ ਤਰੀਕੇ ਯੂਜ਼ ਕਰਦੇ ਹਨ ਆਪਣੀ ਐਡਵਾਈਸ ਨੂੰ ਸੁਖਦ ਬਣਾਉਣ ਦੇ ਲਈ। Some give us their instructions in the best chosen words। ਉਹਨਾਂ ਵਿੱਚੋਂ ਕੁਝ ਆਪਣੀਆਂ ਹਦਾਇਤਾਂ, ਆਪਣੀਆਂ ਜੋ ਇਨਸਟਰਕਸ਼ਨਸ ਨੇ, ਜੋ ਆਪਣੀਆਂ ਹਦਾਇਤਾਂ ਨੇ ਉਹ ਬਹੁਤ ਚੰਗੀ ਤਰ੍ਹਾਂ ਚੁਣੇ ਹੋਏ ਸ਼ਬਦਾਂ ਵਿੱਚ ਦਿੰਦੇ ਹਨ। Others do so in sweet words of poetry। ਕੁਝ ਲੇਖਕ words of poetry, ਕੁਝ ਲੇਖਕ ਕਵਿਤਾ ਦੇ ਸ਼ਬਦਾਂ ਵਿੱਚ ਆਪਣੀਆਂ ਇਨਸਟਰਕਸ਼ਨ ਦਿੰਦੇ ਹਨ। ਸਟਿਲ ਅਦਰਸ ਮੇਕ ਯੂਜ਼ ਆਫ ਪ੍ਰੋਵਰਬਸ। ਔਰ ਕੁਝ ਦੂਸਰੇ ਇਸ ਤਰ੍ਹਾਂ ਦੇ ਵੀ ਲੇਖਕ ਹੁੰਦੇ ਹਨ ਜੋ ਮੁਹਾਵਰਿਆਂ ਦੀ ਵਰਤੋਂ ਕਰਦੇ ਹਨ ਟੂ ਗਿਵ ਦੇਅਰ ਐਡਵਾਈਸ, ਆਪਣੀ ਸਲਾਹ ਦੇਣ ਦੇ ਲਈ। ਐਡੀਸਨ ਥਿੰਕਸ ਦੈਟ ਦਾ ਬੈਸਟ ਵੇ ਆਫ ਗਿਵਿੰਗ ਐਡਵਾਈਸ ਇਜ਼ ਥਰੂ ਅ ਮੇਡ ਅਪ ਸਟੋਰੀ ਔਰ ਫੈਬਲ। ਐਡੀਸਨ ਦਾ ਵਿਚਾਰ ਹੈ ਕਿ ਨਸੀਹਤ ਦੇਣ ਦਾ ਸਭ ਤੋਂ ਬੈਸਟ ਤਰੀਕਾ ਹੈ ਕਿਸ ਦੇ ਥਰੂ? ਮੇਡ ਅਪ ਸਟੋਰੀ ਦੇ ਥਰੂ, ਮਨ ਘੜੰਤ ਕਹਾਣੀ ਦੇ ਨਾਲ ਜਾਂ ਸਾਖੀ ਦੇ ਦੁਆਰਾ। ਇਹ ਸਭ ਤੋਂ ਵਧੀਆ ਤਰੀਕਾ ਹੈ ਸਲਾਹ ਦੇਣ ਦਾ। ਕਿਸ ਦੇ ਥਰੂ? ਕੋਈ ਸਟੋਰੀ ਆਪਣੇ ਮਨ ਵਿੱਚ ਬਣਾਈ ਜਾਵੇ, ਮਨ ਘੜੰਤ ਕਹਾਣੀ ਜਾਂ ਸਾਖੀ ਦੇ ਰਾਹੀਂ। Giving advice by telling a fable is the best way of giving advice। ਇੱਕ ਫੈਬਲ ਸੁਣਾ ਕੇ ਸਲਾਹ ਦੇਣੀ
ਉਹ ਸਭ ਤੋਂ ਵਧੀਆ ਤਰੀਕਾ ਹੈ ਸਲਾਹ ਦੇਣ ਦਾ, ਨਸੀਹਤ ਦੇਣ ਦਾ। ਬਾਈ ਲਿਸਨਿੰਗ ਟੂ ਐਡਵਾਈਸ ਇਨ ਅ ਫੈਬਲ ਨੋਬਡੀ ਫੀਲਸ ਇਨਸਲਟਡ। ਕੋਈ ਵੀ ਫੈਬਲ ਨੂੰ, ਕੋਈ ਵੀ ਕਹਾਣੀ ਨੂੰ ਸੁਣ ਕੇ ਫੀਲਸ ਇਨਸਲਟਡ, ਅਪਮਾਨਿਤ ਮਹਿਸੂਸ ਨਹੀਂ ਕਰਦਾ। ਇਟ ਡਜ਼ ਨਾਟ ਸ਼ੌਕ ਦ ਰਿਸੀਵਰ ਆਫ ਐਡਵਾਈਸ। ਔਰ ਨਸੀਹਤ ਪਾਉਣ ਵਾਲੇ ਨੂੰ, ਰਿਸੀਵਰ ਆਫ ਐਡਵਾਈਸ, ਨਸੀਹਤ ਪਾਉਣ ਵਾਲੇ ਨੂੰ ਕੋਈ ਸ਼ੌਕ ਨਹੀਂ ਲੱਗਦਾ, ਕੋਈ ਸਦਮਾ ਨਹੀਂ ਲੱਗਦਾ। ਹੀ ਡਜ਼ ਨਾਟ ਫੀਲ ਇਨਸਲਟਡ, ਉਹ ਅਪਮਾਨਿਤ ਵੀ ਮਹਿਸੂਸ ਨਹੀਂ ਕਰਦਾ। ਔਨ ਰੀਡਿੰਗ ਅ ਫੈਬਲ ਵੀ ਫੀਲ ਦੈਟ ਵੀ ਆਰ ਐਡਵਾਈਜ਼ਿੰਗ ਅਵਰ ਸੈਲਵਸ। ਇੱਕ ਫੈਬਲ ਨੂੰ ਪੜ੍ਹਦੇ ਸਮੇਂ ਅਸੀਂ ਮਹਿਸੂਸ ਕਰਦੇ ਹਾਂ ਕਿ ਅਸੀਂ ਖੁਦ ਨੂੰ ਸਲਾਹ ਦੇ ਰਹੇ ਹਾਂ। ਵੀ ਰੀਡ ਦਾ ਆਥਰ ਫॉर ਦ ਸੇਕ ਆਫ ਦ ਸਟੋਰੀ। ਅਸੀਂ ਆਥਰ ਨੂੰ ਪੜ੍ਹਦੇ ਹਾਂ, ਅਸੀਂ ਉਸ ਲੇਖਕ ਨੂੰ ਉਸ ਦੀ ਕਹਾਣੀ ਦੇ ਲਈ ਪੜ੍ਹਦੇ ਹਾਂ। ਵੀ ਕੰਸੀਡਰ ਹਿਜ਼ ਮੋਰਲ ਲੈਸਨ ਇਨ ਦਾ ਫੈਬਲ ਐਜ਼ ਅਵਰ ਓਨ ਕਨਕਲੂਜ਼ਨ। ਔਰ ਕਹਾਣੀ ਵਿੱਚ ਦਿੱਤੀ ਹੋਈ ਉਸ ਦੀ ਜੋ ਨੈਤਿਕ ਸਿੱਖਿਆ ਹੈ, ਫੈਬਲ ਦੇ ਵਿੱਚ ਜੋ ਉਸ ਦੀ ਮੋਰਲ ਲੈਸਨ ਹੈ, ਜੋ ਉਸ ਦੀ ਦਿੱਤੀ ਹੋਈ ਨੈਤਿਕ ਸਿੱਖਿਆ ਨੂੰ ਅਸੀਂ ਆਪਣਾ ਨਿਸ਼ਕਰਸ਼ ਸਮਝਦੇ ਹਾਂ। ਵੀ ਡੋਂਟ ਥਿੰਕ ਦੈਟ ਦ ਰਾਈਟਰ ਇਜ਼ ਗਿਵਿੰਗ ਅਸ ਐਨੀ ਐਡਵਾਈਸ। ਔਰ ਅਸੀਂ ਇਹ ਨਹੀਂ ਸੋਚਦੇ ਕਿ ਰਾਈਟਰ ਜੋ ਹੈ ਉਹ ਸਾਨੂੰ ਸਲਾਹ ਦੇ ਰਿਹਾ ਹੈ। ਵੀ ਆਰ ਅਨੇਬਲ ਟੂ ਸੀ ਔਰ ਫੀਲ ਦ ਐਡਵਾਈਸ ਇਨ ਦਾ ਫੈਬਲ। ਸਾਨੂੰ ਇਸ ਫੈਬਲ ਵਿੱਚ ਕੋਈ ਨਸੀਹਤ ਦਿਖਾਈ ਨਹੀਂ ਦਿੰਦੀ। ਵੀ ਆਰ ਟੌਟ ਬਾਈ ਸਰਪ੍ਰਾਈਜ਼। ਔਰ ਸਾਨੂੰ ਅਣਜਾਣੇ ਵਿੱਚ ਹੀ, ਸਰਪ੍ਰਾਈਜ਼ ਦੇ ਵਿੱਚ ਹੀ ਨਸੀਹਤ ਮਿਲ ਜਾਂਦੀ ਹੈ। ਵੀ ਬਿਕਮ ਵਾਈਜ਼ਰ ਐਂਡ ਬੈਟਰ। ਅਸੀਂ ਅਕਲਮੰਦ ਬਣ ਜਾਂਦੇ ਹਾਂ, ਬਹੁਤ ਵਧੀਆ ਬਣ ਜਾਂਦੇ ਹਾਂ, ਬਿਨਾਂ ਜਾਣੇ, ਵਿਦਾਊਟ ਨੋਇੰਗ ਕਿ ਅਸੀਂ ਵਾਈਜ਼ਰ ਔਰ ਬੈਟਰ ਬਣ ਰਹੇ ਹਾਂ। ਬਾਈ ਦਿਸ ਮੈਥਡ ਦ ਮੈਨ ਫੀਲਸ ਦੈਟ ਹੀ ਇਜ਼ ਡਾਇਰੈਕਟਿੰਗ ਹਿਮਸੈਲਫ। ਇਸ ਤਰੀਕੇ ਨਾਲ ਮਨੁੱਖ ਇਹ ਮਹਿਸੂਸ ਕਰਦਾ ਹੈ ਕਿ ਉਹ ਖੁਦ ਨੂੰ ਡਾਇਰੈਕਟਿੰਗ, ਉਹ ਖੁਦ ਨੂੰ ਹਦਾਇਤ ਦੇ ਰਿਹਾ ਹੈ। ਥੈਂਕਸ।